ਹੈਲੋ ਸਟੂਡੈਂਟਸ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦੀ ਹੂੰ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸਟੂਡੈਂਟਸ, ਇੱਕ ਵਾਰੀ ਫੇਰ ਤੋਂ ਇੱਕ ਲੰਬੇ ਸਮੇਂ ਬਾਅਦ ਮੈਂ ਅੱਜ ਫੇਰ ਤੁਹਾਡੇ ਨਾਲ ਜੁੜ ਰਹੀ ਹਾਂ ਤੁਹਾਡੀ ਹੈਲਪ ਕਰਨ ਵਾਸਤੇ। ਸਟੂਡੈਂਟਸ, ਤੁਸੀਂ ਸਾਰੇ ਹੀ ਐਨਟੀਟੀ ਦਾ ਜਿਹੜਾ ਆਪਣਾ ਟੈਸਟ ਹੋਣ ਜਾ ਰਿਹਾ ਐਨਟੀਟੀ ਭਰਤੀ ਲਈ, ਉਹਦੀ ਤਿਆਰੀ ਕਰ ਰਹੇ ਹੋਵੋਗੇ। ਐਨਟੀਟੀ ਦੀਆਂ ਵੈਕੈਂਸੀਜ਼ ਆਈਆਂ ਸੀ, ਤੁਸੀਂ ਅਪਲਾਈ ਕੀਤਾ, ਪੋਰਟਲ ਓਪਨ ਹੋਏਗਾ, ਬਹੁਤ ਸਾਰੇ ਸਟੂਡੈਂਟਸ ਰਹਿ ਗਏ ਹੋਣਗੇ ਅਤੇ ਉਹ ਵੀ ਸਾਰੇ ਅਪਲਾਈ ਕਰਨਗੇ। ਬਟ ਟੈਸਟ ਦੀ ਉਡੀਕ ਦੇ ਵਿੱਚ ਤੁਸੀਂ ਸਾਰੇ ਬਹੁਤ ਵਧੀਆ ਆਪਣੀ ਤਿਆਰੀ ਕਰ ਰਹੇ ਹੋ ਅਤੇ ਉਮੀਦ ਹੈ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਵੇਗੀ। ਅਤੇ ਉਸੇ ਦੇ ਵਿੱਚ ਇਹ ਸਟੂਡੈਂਟਸ ਤੁਹਾਡੀ ਹੈਲਪ ਕਰਨ ਲਈ ਮੈਂ ਜਿਹੜਾ ਤੁਹਾਡਾ ਚਾਈਲਡ ਡਿਵੈਲਪਮੈਂਟ ਦਾ ਜਿਹੜਾ ਆਪਣਾ ਸਬਜੈਕਟ ਹੈ, ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ 25 ਨੰਬਰ ਦੀ ਜਿਹੜੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਆ ਰਹੀ ਹੈ, 25 ਨੰਬਰ ਦੇ ਜਿਹੜੇ ਕੁਐਸਚਨਸ ਆਨਸਰ ਹੈਗੇ ਆ ਤੁਹਾਡੇ ਇਹਦੇ ਆਉਣਗੇ ਤੁਹਾਨੂੰ। ਅਤੇ ਉਹਦੇ ਲਈ ਉਹਦੇ ਵਿੱਚ ਹੈਲਪ ਕਰਨ ਲਈ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਇੱਕ ਮਿਹਨਤ ਦੇ ਨਾਲ ਮੈਂ 30 ਕੁਐਸਚਨ ਜਿਹੜੇ ਤੁਹਾਡੇ ਇਹ ਨੋਟ ਕੀਤੇ ਹੈ, ਤਿਆਰ ਕੀਤੇ ਹੈ। ਅੱਜ ਆਪਾਂ ਇਹਨਾਂ ਦੀ ਤਿਆਰੀ ਕਰਾਂਗੇ ਸਟੂਡੈਂਟਸ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹਦੀ ਬਹੁਤ ਹੈਲਪ ਮਿਲੇਗੀ ਇਹਨਾਂ ਦੀ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੀ ਹੋਈ ਮੈਂ। ਆਪਾਂ ਆਪਣਾ ਪਹਿਲਾ ਕੁਐਸਚਨ ਦੇਖ ਲਿਆ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦਾ, ਜਿਹਦੇ ਵਿੱਚ ਕਿ ਬੱਚੇ ਦਾ ਵਿਕਾਸ ਹੁੰਦਾ ਹੈ, ਬੱਚੇ ਦੀਆਂ ਭਾਵਨਾਵਾਂ ਹੁੰਦੀਆਂ, ਬੱਚੇ ਦਾ ਵਾਧਾ ਹੁੰਦਾ ਹੈ, ਬੱਚੇ ਦੇ ਵਿੱਚ ਕਿਵੇਂ ਇੰਪਰੂਵਮੈਂਟ ਹੁੰਦੀ ਹੈ, ਸਾਰੇ ਹੀ ਤੁਸੀਂ ਇਹਦੇ ਤੋਂ ਜਾਣੂ ਹੋਵੋਗੇ। ਸਾਰਾ ਕੁਛ ਇਹਦੇ ਵਿੱਚ ਹੀ ਹੁੰਦਾ ਸਟੂਡੈਂਟਸ। ਅਤੇ ਚਲੋ ਆਪਾਂ ਦੇਖਦੇ ਹਾਂ ਆਪਣਾ ਪਹਿਲਾ ਕੁਐਸਚਨ ਕਿਹੜਾ ਹੈ। ਮੈਂ ਤੁਹਾਨੂੰ ਇਹਦੇ 30 ਕੁਐਸਚਨ ਕਰਵਾਉਂਗੀ ਸਟੂਡੈਂਟਸ, ਅਤੇ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਦੇਖਣੇ ਹੈ। ਅਤੇ ਹੋ ਸਕਦਾ ਹੈ ਜਦੋਂ ਆਪਾਂ ਤੁਸੀਂ ਮੇਰੇ ਨਾਲ ਚੰਗੀ ਤਰ੍ਹਾਂ ਧਿਆਨ ਨਾਲ ਸੁਣੋਗੇ, ਮੇਰੀ ਆਵਾਜ਼ ਸੁਣੋਗੇ, ਜਿਵੇਂ ਜਿਵੇਂ ਤੁਹਾਨੂੰ ਕੁਐਸਚਨ ਦਾ ਪਤਾ ਲੱਗੇਗਾ ਅਤੇ ਤੁਹਾਨੂੰ ਮੇਰੇ ਨਾਲ ਹੀ ਇਹਨਾਂ ਦੀ ਤਿਆਰੀ ਹੋ ਜਾਏਗੀ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਕੀ ਹੈ ਆਪਣਾ, ਵਾਧਾ ਕਿਸ ਦਾ ਇੱਕ ਭਾਗ ਹੈ ਸਟੂਡੈਂਟਸ? ਵਾਧਾ ਕਿਸ ਦਾ ਇੱਕ ਭਾਗ ਹੈ ਸਟੂਡੈਂਟਸ? ਸਟੂਡੈਂਟਸ, ਇੱਕ ਆਪਣਾ ਮੇਨ ਚੈਪਟਰ ਸੀ ਵਾਧਾ ਅਤੇ ਵਿਕਾਸ ਐਨਟੀਟੀ ਦੇ ਵਿੱਚ, ਅਤੇ ਤੁਸੀਂ ਪੜ੍ਹਿਆ ਵੀ ਹੋਏਗਾ। ਅਤੇ ਮੈਂ ਤੁਹਾਨੂੰ ਇਹ ਕੁਐਸਚਨ ਵੀ ਬਹੁਤ ਸਾਰੇ ਕਰਵਾਏ ਹੈ ਇਹਦੇ, ਜਦੋਂ ਤੁਸੀਂ ਐਨਟੀਟੀ ਦੀ ਤਿਆਰੀ ਕਰ ਰਹੇ ਸੀ, ਐਨਟੀਟੀ ਦਾ ਐਗਜ਼ਾਮ ਦੇਣ ਲਈ। ਅਤੇ ਉਹਦੇ ਵਿੱਚ ਇਹ ਕੁਐਸਚਨ ਸੀਗੇ, ਅਤੇ ਜਦੋਂ ਜਿਵੇਂ ਜਿਵੇਂ ਆਪਾਂ ਪੜ੍ਹਾਂਗੇ ਤੁਹਾਨੂੰ ਯਾਦ ਆਏਗਾ। ਵਾਧਾ ਕਿਸ ਦਾ ਇੱਕ ਭਾਗ ਹੈ ਸਟੂਡੈਂਟਸ? ਵਾਧਾ ਜਿਹੜਾ ਉਹ ਵਿਕਾਸ ਦਾ ਹੀ ਇੱਕ ਭਾਗ ਹੈ। ਵਾਧਾ ਅਤੇ ਵਿਕਾਸ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹੈ, ਅਤੇ ਇਹ ਦੋਵੇਂ ਹੀ ਇੱਕ ਦੂਸਰੇ ਦੇ ਜਿਹੜੇ ਭਾਗ ਹੈ। ਵਾਧਾ ਕਿਸ ਦਾ ਇੱਕ ਭਾਗ ਹੈ? ਵਿਕਾਸ ਦਾ ਭਾਗ ਹੈ ਸਟੂਡੈਂਟਸ। ਤੁਹਾਨੂੰ ਆਪਸ਼ਨਸ ਆਉਣਗੇ ਅਤੇ ਤੁਸੀਂ ਉਹਦੇ ਵਿੱਚੋਂ ਵਿਕਾਸ ਦਾ ਆਪਸ਼ਨ ਹੀ ਚੂਜ਼ ਕਰਨਾ ਹੈ। ਵਿਕਾਸ ਦਾ ਇੱਕ ਭਾਗ ਹੈ ਵਾਧਾ। ਸ਼ਿਸ਼ੂ ਕਾਲ ਦਾ ਸਮਾਂ ਦੱਸੋ। ਸ਼ਿਸ਼ੂ ਕਾਲ ਦਾ ਸਮਾਂ ਕਿੱਥੋਂ ਤੋਂ ਕਿੱਥੋਂ ਤੱਕ ਹੁੰਦਾ ਸਟੂਡੈਂਟਸ? 0 ਤੋਂ 5 ਸਾਲ ਤੱਕ ਹੈ ਜਿਹੜਾ ਉਹ ਸ਼ਿਸ਼ੂ ਕਾਲ ਦਾ ਸਮਾਂ ਹੁੰਦਾ ਹੈ। ਅਤੇ ਇਹ ਤੁਸੀਂ 3 ਸਾਲ ਤੱਕ ਨਹੀਂ ਲਿਖਣਾ, ਤੁਸੀਂ 5 ਸਾਲ ਤੱਕ ਲਿਖਣਾ ਹੈ। ਇਹ ਰਾਈਟ ਆਪਸ਼ਨ ਹੈ, ਰਾਈਟ ਆਨਸਰ ਹੈ ਸਟੂਡੈਂਟਸ। 0 ਤੋਂ 5 ਸਾਲ ਤੱਕ ਸ਼ਿਸ਼ੂ ਕਾਲ ਦਾ ਸਮਾਂ ਹੁੰਦਾ ਹੈ। ਇਹਨਾਂ ਵਿੱਚੋਂ ਕਿਹੜਾ ਮਨੁੱਖੀ ਵਿਕਾਸ ਦਾ ਪਹਿਲੂ ਨਹੀਂ ਹੈ? ਤੁਹਾਨੂੰ ਇਹ 4 ਆਪਸ਼ਨ ਦਿੱਤੇ ਹੋਣਗੇ ਸਟੂਡੈਂਟਸ, ਅਤੇ ਚੌਥਾ ਆਪਸ਼ਨ ਹੋਏਗਾ ਇਹ ਸਭ ਮਨੁੱਖੀ ਵਿਕਾਸ ਦੇ ਅੰਗ ਹਨ। ਪਹਿਲਾ ਜਿਹੜਾ ਸਮਾਜਿਕ ਵਿਕਾਸ, ਦੂਸਰਾ ਭਾਵਨਾਤਮਕ ਵਿਕਾਸ ਹੈ, ਤੀਸਰਾ ਜਿਹੜਾ ਨੈਤਿਕ ਵਿਕਾਸ ਹੈ। ਇਹ ਸਾਰੇ ਹੀ ਹੈ ਜਿਹੜੇ ਇਹ ਮਨੁੱਖੀ ਵਿਕਾਸ ਦੇ ਅੰਗ ਹਨ। ਅਤੇ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਨਹੀਂ ਹੈ ਉਹ ਆਪਸ਼ਨ ਨਹੀਂ ਹੈਗੀ, ਇਹ ਸਾਰੇ ਸਹੀ ਹੈ ਸਟੂਡੈਂਟਸ। ਅਤੇ ਤੁਸੀਂ ਧਿਆਨ ਨਾਲ ਇਹਨੂੰ ਆਪਣਾ ਟਿਕ ਕਰਨਾ। ਇਹ ਸਭ ਮਨੁੱਖੀ ਵਿਕਾਸ ਦੇ ਅੰਗ ਹਨ। ਇਹ ਜਿਹੜੀ ਆਪਸ਼ਨ ਹੈ ਤੁਸੀਂ ਇਹਦੇ 'ਤੇ ਟਿਕ ਕਰਨਾ ਹੈ, ਇਹ ਤੁਹਾਡਾ ਰਾਈਟ ਆਨਸਰ ਹੈ। ਚੌਥਾ ਕੁਐਸਚਨ ਹੈ ਆਪਣੇ ਕੋਲ, ਕੇਵਲ ਹੱਥ ਨਹੀਂ ਵੱਧਦੇ ਬਲਕਿ ਹੱਥਾਂ ਦੀ ਕਾਰਜ ਸ਼ਕਤੀ ਵੱਧਦੀ ਹੈ। ਇਹ ਕੀ ਹੈ? ਕੇਵਲ ਹੱਥ ਨਹੀਂ ਵੱਧਦੇ ਬਲਕਿ ਹੱਥਾਂ ਦੀ ਕਾਰਜ ਸ਼ਕਤੀ ਵੀ ਵੱਧਦੀ ਹੈ ਸਟੂਡੈਂਟਸ। ਇਹ ਕੀ ਹੈ? ਇਹ ਵਿਕਾਸ ਹੈ ਸਟੂਡੈਂਟਸ। ਆਪਣਾ ਜਿਹੜਾ ਵੀ ਇਨਸਾਨ ਦਾ ਹੁੰਦਾ ਹੈ, ਇਨਸਾਨ ਦੇ ਜਿਵੇਂ ਜਿਵੇਂ ਸਰੀਰ ਦਾ ਵਾਧਾ ਹੁੰਦਾ ਹੈ ਅਤੇ ਉਹਨਾਂ ਦੀ ਜਿਹੜੀ ਕਾਰਜ ਸ਼ਕਤੀ ਆ ਉਹ ਵੀ ਵੱਧਦੀ ਹੈ। ਅਤੇ ਉਸ ਨੂੰ ਕੀ ਕਹਿੰਦੇ ਆ? ਇਕੱਲਾ ਵਾਧਾ ਨਹੀਂ ਹੁੰਦਾ ਸਟੂਡੈਂਟਸ, ਉਹਦੇ ਵਿੱਚ ਇੰਪਰੂਵਮੈਂਟ ਵੀ ਹੁੰਦੀ ਹੈ। ਅਤੇ ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਵਿਕਾਸ ਕਹਿੰਦੇ ਆ। ਕੇਵਲ ਹੱਥ ਨਹੀਂ ਵੱਧਦੇ ਬਲਕਿ ਹੱਥਾਂ ਦੀ ਕਾਰਜ ਸ਼ਕਤੀ ਵੀ ਵੱਧਦੀ ਹੈ, ਇਹ ਵਿਕਾਸ ਹੈ। ਸਰੀਰ ਦੇ ਹੋਣ ਵਾਲਾ ਸੁਧਾਰ ਸੰਬੰਧਿਤ ਹੈ ਵਾਧੇ ਨਾਲ। ਸਰੀਰ ਦੇ ਵਿੱਚ ਸੁਧਾਰ ਹੁੰਦਾ ਹੈ, ਕਿਵੇਂ ਹੁੰਦਾ ਸਟੂਡੈਂਟਸ? ਵਾਧੇ ਦੇ ਨਾਲ ਆਪਣੇ ਸਰੀਰ ਦੇ ਵਿੱਚ ਸੁਧਾਰ ਹੁੰਦਾ ਹੈ। 6ਵਾਂ ਕੁਐਸਚਨ ਹੈ, ਮਾਪ ਦਾ ਦਿਸ਼ਾ ਕਿਸ ਨਾਲ ਸੰਬੰਧਿਤ ਹੈ? ਜਿਹੜਾ ਮਾਪ ਦਾ ਵਿਸ਼ਾ ਹੈ ਉਹ ਕਿਸ ਨਾਲ ਸੰਬੰਧਿਤ ਹੈ? ਵਾਧੇ ਨਾਲ ਸੰਬੰਧਿਤ ਹੈ ਸਟੂਡੈਂਟਸ। ਮਾਪ ਦਾ ਵਿਸ਼ਾ ਤੁਹਾਨੂੰ ਆਪਸ਼ਨਸ ਆਉਣਗੇ। ਮਾਪ ਦਾ ਵਿਸ਼ਾ ਜਿਹੜਾ ਉਹ ਵਾਧੇ ਨਾਲ ਸੰਬੰਧਿਤ ਹੈ। ਕਿਵੇਂ ਸੰਬੰਧਿਤ ਹੈ? ਜਿਵੇਂ ਜਿਵੇਂ ਇਨਸਾਨ ਦੀ ਜਿਹੜੀ ਹਾਈਟ ਵੱਧਦੀ ਹੈ,
ਬੱਚਾ ਜਿਵੇਂ ਜਿਵੇਂ ਬੱਚੇ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਉਹਦਾ ਸਰੀਰ ਦਾ ਵਿਕਾਸ ਹੁੰਦਾ ਹੈ, ਉਹਦਾ ਵਾਧਾ ਹੁੰਦਾ ਹੈ, ਜਿਹੜਾ ਮਾਪ ਹੈ ਉਹਦੇ ਸਰੀਰ ਦਾ, ਜੇ ਉਹ ਵਧੂਗਾ ਤਾਂ ਹੀ ਆਪਾਂ ਉਹਦੀ ਲੰਬਾਈ ਮਾਪਦੇ ਹਾਂ ਨਾ। ਮਾਪ ਹੈ ਜਿਹੜਾ ਮਾਪਣਾ, ਜਿਵੇਂ 1 ਸਾਲ ਬਾਅਦ ਆਪਾਂ ਉਹਨੂੰ ਮਾਪ ਲਿਆ, 1 ਸਾਲ ਬਾਅਦ ਫਿਰ ਮਾਪ ਲਿਆ, ਬੱਚੇ ਸਾਡੇ ਦੀ ਹਾਈਟ ਹੈ, ਜਿਹੜੀ ਹਾਈਟ ਆਪਾਂ ਮਾਪਦੇ ਹਾਂ ਉਹਨੂੰ ਕਹਿੰਦੇ ਆ ਵਾਧੇ ਦੇ ਨਾਲ ਸੰਬੰਧਿਤ ਹੈ। ਬੱਚਾ ਵੱਧਦਾ ਹੈ, ਉਹਨੂੰ ਆਪਾਂ ਮਾਪਦੇ ਹਾਂ, ਉਹਦੀ ਲੰਬਾਈ ਮਾਪਦੇ ਹਾਂ। 7ਵਾਂ ਕੁਐਸਚਨ ਹੈ, ਇਹ ਬੱਚੇ ਜਨਮ ਤੋਂ ਸ਼ੁਰੂ ਇਹ ਬੱਚੇ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ ਅਤੇ ਮੌਤ ਤੱਕ ਜਾਂ ਮੌਤ ਤੋਂ ਬਾਅਦ ਹੀ ਖਤਮ ਹੁੰਦਾ ਹੈ। ਇਹ ਕੀ ਹੈ? ਵਿਕਾਸ ਹੈ ਸਟੂਡੈਂਟਸ। ਜਿਹੜਾ ਵਿਕਾਸ ਹੈ, ਜਿਹੜਾ ਵੱਧਦਾ ਹੈ ਉਹ ਇੱਕ ਹੱਦ ਤੱਕ ਹੁੰਦਾ ਹੈ, ਇੱਕ ਉਮਰ ਤੱਕ ਹੁੰਦਾ ਹੈ। ਜਦੋਂ ਉਮਰ ਬੱਚੇ ਦੀ ਖਤਮ ਹੋ ਜਾਂਦੀ ਹੈ, ਇੱਕ ਚੰਗਾ ਮਨੁੱਖ ਬਣ ਜਾਂਦਾ ਹੈ ਇਨਸਾਨ, ਮਤਲਬ ਇੱਕ ਚੰਗਾ ਪੁਰਸ਼ ਬਣ ਜਾਂਦਾ ਹੈ ਬੱਚਾ ਜਿਹੜਾ ਹੈ ਜਾਂ ਲੇਡੀ ਹੈ। ਕਿਸੇ ਹੱਦ ਤੱਕ ਜਿਹੜਾ ਵਾਧਾ ਹੁੰਦਾ ਹੈ ਉਹ ਹੁੰਦਾ, ਬਾਅਦ ਵਿੱਚ ਰੁਕ ਜਾਂਦਾ ਹੈ। ਬਟ ਜਿਹੜਾ ਵਿਕਾਸ ਹੈ ਉਹ ਜਨਮ ਤੋਂ ਲੈ ਕੇ ਕਬਰ ਤੱਕ ਚੱਲਦਾ ਹੈ। ਇਨਸਾਨ ਦਾ ਜਿਹੜਾ ਵਿਕਾਸ ਹੈ ਸਰੀਰ ਦਾ, ਉਹ ਜਨਮ ਤੋਂ ਲੈ ਕੇ ਕਬਰ ਤੱਕ ਚੱਲਦਾ ਹੈ ਅਤੇ ਇਹ ਚੱਲਦਾ ਹੀ ਰਹਿੰਦਾ ਹੈ। ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਉਸ ਬਾਅਦ ਹੀ ਖਤਮ ਹੋ ਜਾਂਦਾ ਹੈ। ਇਨਸਾਨ ਦੇ ਸਰੀਰ ਦੇ ਨਾਲ ਹੀ ਖਤਮ ਹੁੰਦਾ ਜਿਹੜਾ ਵਿਕਾਸ ਹੈ, ਇਹ ਧਿਆਨ ਰੱਖਣਾ ਹੈ। ਵਿਕਾਸ ਕਿਸ ਉੱਪਰ ਨਿਰਭਰ ਕਰਦਾ ਹੈ? ਜੀਵ ਅਤੇ ਵਾਤਾਵਰਣ ਦੇ ਉੱਤੇ ਵਿਕਾਸ ਨਿਰਭਰ ਕਰਦਾ ਹੈ। ਵਾਤਾਵਰਣ ਦੇ ਵਿੱਚ ਰਹਿ ਕੇ ਤੇ ਜੀਵ ਹੈ ਜਿਹੜਾ, ਜੀਵ ਅਤੇ ਵਾਤਾਵਰਣ ਦੇ ਜਿਹੜਾ ਆਪਣਾ ਵਿਕਾਸ ਹੈ ਉਹ ਨਿਰਭਰ ਕਰਦਾ ਹੈ। 9ਵਾਂ ਕੁਐਸਚਨ ਹੈ ਆਪਣੇ ਕੋਲ, ਵਿਚਾਰਾਂ ਦਾ ਪ੍ਰਗਟਾਵਾ ਕਿਸ ਵਿਕਾਸ ਨਾਲ ਸੰਬੰਧਿਤ ਹੈ? ਵਿਚਾਰਾਂ ਦਾ ਪ੍ਰਗਟਾਵਾ ਸਟੂਡੈਂਟਸ ਕਿਸ ਵਿਕਾਸ ਨਾਲ ਸੰਬੰਧਿਤ ਹੈ? ਭਾਸ਼ਾਤਮਕ ਵਿਕਾਸ ਨਾਲ। ਜਿਹੜੇ ਵਿਚਾਰ ਹੈ ਉਹ ਭਾਸ਼ਾ ਦੇ ਨਾਲ ਰਿਲੇਟਿਡ ਹੈ, ਇਹ ਭਾਸ਼ਾਤਮਕ ਵਿਕਾਸ ਦੇ ਨਾਲ ਸੰਬੰਧਿਤ ਹੈ। ਵਿਚਾਰਾਂ ਦਾ ਪ੍ਰਗਟਾਵਾ ਭਾਸ਼ਾਤਮਕ ਵਿਕਾਸ ਨਾਲ ਸੰਬੰਧਿਤ ਹੈ। ਵਿਕਾਸ ਕੀ ਹੈ ਸਟੂਡੈਂਟਸ? ਪਰਿਮਾਣਾਤਮਕ ਅਤੇ ਗੁਣਾਤਮਕ। ਵਿਕਾਸ ਕੀ ਹੈ? ਤੁਸੀਂ ਆਪਸ਼ਨ ਚੂਜ਼ ਕਰਨੀ ਹੈ, ਪਰਿਮਾਣਾਤਮਕ ਅਤੇ ਗੁਣਾਤਮਕ। ਪਰਿਮਾਣ ਵੀ ਨਿਕਲਦੇ ਹੈ ਤੇ ਗੁਣ ਵੀ ਪੈਦਾ ਹੁੰਦੇ ਹੈ। ਉਹ ਕੀ ਚੀਜ਼ ਹੈ? ਵਿਕਾਸ। 11ਵਾਂ ਕੁਐਸਚਨ ਹੈ, ਡੈਸ਼ ਨਿਯਮਤ ਸਾਦਾ ਪਰ ਵਿਸ਼ੇਸ਼ ਹੁੰਦਾ ਹੈ ਅਤੇ ਇਹ ਪਰਿਪੱਕਤਾ ਅਤੇ ਉਮਰ ਨਾਲ ਸੰਬੰਧਿਤ ਹੈ। ਇੱਥੇ ਦੇਖੋ ਸਟੂਡੈਂਟਸ, ਥੱਲੇ ਮੈਂ ਅੰਡਰਲਾਈਨ ਕੀਤੀ ਹੋਈ ਹੈ, ਇਹ ਡੈਸ਼ ਹੈ, ਬਲੈਂਕਸ ਭਰਨੀ ਹੈ ਤੁਸੀਂ। ਡੈਸ਼ ਨਿਯਮਤ ਸਾਦਾ ਪਰ ਵਿਸ਼ੇਸ਼ ਹੁੰਦਾ ਹੈ ਅਤੇ ਇਹ ਪਰਿਪੱਕਤਾ ਅਤੇ ਉਮਰ ਨਾਲ ਸੰਬੰਧਿਤ ਹੈ। ਵਾਧਾ ਜਿਹੜਾ ਉਹ ਇੱਕ ਨਿਯਮਤ ਹੁੰਦਾ ਹੈ, ਨਿਯਮਤ ਉਮਰ ਤੱਕ ਹੁੰਦਾ ਹੈ, ਤੇ ਪਰ ਇਹ ਵਿਸ਼ੇਸ਼ ਹੁੰਦਾ ਹੈ। ਵਿਸ਼ੇਸ਼ ਹੁੰਦਾ ਹੈ, ਵਧਾਂਗੇ, ਇਨਸਾਨ ਵਧੂਗਾ, ਉਹਦੀ ਉਮਰ ਵਧੇਗੀ, ਉਹਦੇ ਨਾਲ ਨਾਲ ਉਹਦੇ ਵਿੱਚ ਵਾਧਾ ਹੁੰਦਾ ਹੈ ਅਤੇ ਉਹਦੇ ਨਾਲ ਹੀ ਜਿਹੜਾ ਉਹਦੇ ਵਿੱਚ ਇੰਪਰੂਵਮੈਂਟ ਦੇਖਣ ਨੂੰ ਮਿਲਦੀ ਹੈ। ਅਤੇ ਜਿਹੜਾ ਵਾਧਾ ਹੈ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਇਹ ਡੈਸ਼ ਹੈ ਜਿਹੜਾ ਨਿਯਮਤ ਸਾਦਾ ਪਰ ਵਿਸ਼ੇਸ਼ ਹੁੰਦਾ ਹੈ, ਜਿਹੜਾ ਵਾਧਾ ਹੈ ਉਹ ਨਿਯਮਤ ਸਾਦਾ ਪਰ ਵਿਸ਼ੇਸ਼ ਹੁੰਦਾ ਹੈ ਅਤੇ ਇਹ ਪਰਿਪੱਕਤਾ ਅਤੇ ਉਮਰ ਨਾਲ ਸੰਬੰਧਿਤ ਹੈ। ਉਮਰ ਦੇਖੋ ਸਟੂਡੈਂਟਸ, ਉਮਰ ਨਾਲ ਸੰਬੰਧਿਤ ਹੈ। ਕੋਈ ਉਮਰ ਹੁੰਦੀ ਹੈ ਵਾਧੇ ਦੀ, ਅਤੇ ਜਦੋਂ ਉਹ ਉਮਰ ਲੰਘ ਜਾਂਦੀ ਹੈ ਅਤੇ ਵਾਧਾ ਵੀ ਇਨਸਾਨ ਦਾ ਰੁਕ ਜਾਂਦਾ ਹੈ। ਵਿਕਾਸ ਗੁੰਝਲਦਾਰ ਅਤੇ ਵਿਕਸਿਤ ਹੁੰਦਾ ਹੈ ਕਿਉਂਕਿ ਇਸ ਵਿੱਚ ਸਟੂਡੈਂਟਸ ਇਹ ਦੇਖੋ ਤੁਸੀਂ, ਡੈਸ਼ ਭਰਨੀ ਹੈ ਆਪਾਂ, ਬਲੈਕਸ ਫਿਲ ਕਰਨੀ ਹੈ। ਡੈਸ਼ ਗੁੰਝਲਦਾਰ ਅਤੇ ਵਿਕਸਿਤ ਹੁੰਦਾ ਹੈ ਕਿਉਂਕਿ ਇਸ ਵਿੱਚ ਡੈਸ਼ ਵੀ ਸ਼ਾਮਿਲ ਹੁੰਦਾ ਹੈ। ਜਿਹੜਾ ਵਿਕਾਸ ਹੈ ਉਹ ਗੁੰਝਲਦਾਰ ਅਤੇ ਵਿਕਸਿਤ ਹੁੰਦਾ ਹੈ। ਗੁੰਝਲਦਾਰ ਆਪੇ ਹੁੰਦਾ ਵਿਕਾਸ ਇਨਸਾਨ ਦਾ, ਉਹਦੇ ਵਿੱਚ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਜਦੋਂ ਸਿੱਖਦਾ ਹੈ ਇਨਸਾਨ, ਆਪਣੇ ਅੱਗੇ ਅੱਗੇ ਉਹਦਾ ਵਿਕਾਸ ਹੁੰਦਾ, ਜਿਵੇਂ ਜਿਵੇਂ ਸਿੱਖਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦਾ ਉਵੇਂ ਉਵੇਂ ਉਹਦਾ ਵਿਕਾਸ ਹੁੰਦਾ ਹੈ। ਅਤੇ ਜਿਹੜਾ ਸਿੱਖਣਾ ਉਹ ਸੌਖਾ ਨਹੀਂ ਹੁੰਦਾ, ਬਹੁਤ ਗੁੰਝਲਦਾਰ ਹੁੰਦਾ ਹੈ ਕਿਉਂਕਿ ਇਸ ਵਿੱਚ ਡੈਸ਼ ਵੀ ਸ਼ਾਮਿਲ ਹੁੰਦਾ ਹੈ, ਵਾਧਾ ਵੀ ਸ਼ਾਮਿਲ ਹੁੰਦਾ ਹੈ। ਜਿਵੇਂ ਜਿਵੇਂ ਇਨਸਾਨ ਵੱਧਦਾ ਹੈ ਉਹਦੇ ਵਿੱਚ ਗੁਣਾਤਮਕ ਜਿਹੜੇ ਗੁਣ ਹੈ ਉਹ ਪੈਦਾ ਹੁੰਦੇ ਹੈ, ਅਤੇ ਉਹ ਜਿਹੜਾ ਇਨਸਾਨ ਜਿਵੇਂ ਵੱਧਦਾ ਹੈ ਉਹ ਵਾਧਾ ਹੁੰਦਾ, ਅਤੇ ਜਿਹੜੀ ਉਹ ਸਿੱਖਦਾ ਹੈ ਉਹਦੀ ਸਿਖਲਾਈ ਹੈ ਜਿਹੜੀ ਉਹ ਉਹਦਾ ਵਿਕਾਸ ਹੈ। ਅੱਗੇ 13ਵਾਂ ਕੁਐਸਚਨ ਹੈ, ਵਿਕਾਸ ਪਰਿਵਰਤਨਾਂ ਦੀ ਉਹ ਲੜੀ ਹੈ ਜਿਸ ਵਿੱਚ ਜੀਵ ਭਰੂਣ ਅਵਸਥਾ ਤੋਂ ਪਰਿਪੱਕਤਾ ਦੀ ਅਵਸਥਾ ਤੱਕ ਵੱਧਦੇ ਸਮੇਂ ਗੁਜ਼ਰਦਾ ਹੈ। ਇਹ ਕਿਸ ਦਾ ਸ਼ਬਦਕੋਸ਼ ਹੈ? ਇਹ ਵੈਬਸਟਰ ਦਾ ਸ਼ਬਦਕੋਸ਼ ਹੈ। ਤੁਹਾਡੇ ਕੋਲੇ ਆਪਸ਼ਨਸ ਬਹੁਤ ਸਾਰੀਆਂ ਆਉਣਗੀਆਂ, ਤੁਸੀਂ ਉਹਦੇ ਵਿੱਚੋਂ ਵੈਬਸਟਰ ਦਾ ਸ਼ਬਦਕੋਸ਼ ਚੂਜ਼ ਕਰਨਾ ਹੈ। ਇਹ ਰਾਈਟ ਆਨਸਰ ਹੈ ਸਟੂਡੈਂਟਸ। ਅਗਲਾ ਕੁਐਸਚਨ ਹੈ ਆਪਣੇ ਕੋਲੇ, ਬਾਲ ਮਨੋਵਿਗਿਆਨੀ ਡਾਕਟਰ ਹਰਲੌਕ ਨੇ ਕਿਸ ਅਵਸਥਾ ਨੂੰ ਖਤਰਨਾਕ ਕਾਲ ਦੱਸਿਆ ਹੈ? ਖਤਰਨਾਕ ਕਾਲ ਜਿਹੜਾ ਇਨਸਾਨ ਦਾ ਸਟੂਡੈਂਟਸ ਉਹ ਸ਼ਿਸ਼ੂ ਕਾਲ ਹੁੰਦਾ ਹੈ। ਸ਼ਿਸ਼ੂ ਕਾਲ ਦੇ ਵਿੱਚ ਇਹ ਬਹੁਤ ਖਤਰਨਾਕ ਹੁੰਦਾ ਹੈ ਕਿਉਂਕਿ ਇਨਸਾਨ ਚੱਲਦਾ ਫਿਰਦਾ ਹੈ, ਨਾ ਸਮਝ ਵੀ ਹੁੰਦਾ ਹੈ। ਕਈ ਵਾਰੀ ਬੱਚਾ ਜਦੋਂ ਰੁੜਦਾ ਹੈ ਉਦੋਂ ਗਲਤ ਦਿਸ਼ਾ ਵੱਲ ਵੀ ਜਾ ਸਕਦਾ ਹੈ। ਕਈ ਵਾਰੀ ਆਪਣੀ ਉਹਨਾਂ ਦੀ ਉਹਦੀ ਜਿਹੜੀ ਪਾਲਣ ਕਰਤਾ ਹੁੰਦੇ ਉਹਨੂੰ ਨਹੀਂ ਵੀ ਪਤਾ ਲੱਗਦਾ। ਬਹੁਤ ਸਾਰੀਆਂ ਜਿਹੜੀਆਂ ਕਠਿਨਾਈਆਂ ਹੈਗੀਆਂ ਸ਼ਿਸ਼ੂ ਕਾਲ ਉਹਨਾਂ ਵਿੱਚੋਂ ਗੁਜ਼ਰਦਾ ਹੈ। ਐਸੇ ਕਰਕੇ ਤੁਸੀਂ ਇਹੀ ਆਪਣਾ ਰਾਈਟ ਆਨਸਰ ਹੈ। ਬਾਲ ਮਨੋਵਿਗਿਆਨੀ ਡਾਕਟਰ ਹਰਲੌਕ ਨੇ ਕਿਸ ਅਵਸਥਾ ਨੂੰ ਖਤਰਨਾਕ ਕਾਲ ਦੱਸਿਆ ਹੈ? ਸ਼ਿਸ਼ੂ ਕਾਲ ਨੂੰ। ਅਤੇ ਇਹ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਹੈ, ਡਾਕਟਰ ਹਰਲੌਕ ਨੇ ਕਿਸ ਅਵਸਥਾ ਨੂੰ ਖਤਰਨਾਕ ਕਾਲ ਦੱਸਿਆ? ਸ਼ਿਸ਼ੂ ਕਾਲ ਨੂੰ। ਅਤੇ ਸ਼ਿਸ਼ੂ ਕਾਲ ਨੂੰ ਕਿਸ ਨੇ ਖਤਰਨਾਕ ਅਵਸਥਾ ਦੱਸੀ ਹੈ? ਕਿਸ ਨੇ, ਕਿਹੜੀ ਮਨੋਵਿਗਿਆਨੀ ਨੇ ਖਤਰਨਾਕ ਅਵਸਥਾ ਦੱਸੀ ਹੈ? ਸ਼ਿਸ਼ੂ ਕਾਲ।
ਤੇ ਤੁਸੀਂ ਉੱਥੇ ਆਨਸਰ ਲਿਖਣਾ ਹੈ ਡਾਕਟਰ ਹਰਲੌਕ ਨੇ, ਡਾਕਟਰ ਹਰਲੌਕ ਦੀ ਇਹ ਧਾਰਨਾ ਹੈ। 15ਵਾਂ ਕੁਐਸਚਨ ਹੈ ਕਿਹੜਾ ਸਿਧਾਂਤ ਗਲਤ ਹੈ? ਸਰੀਰ ਦੇ ਵੱਖ-ਵੱਖ ਅੰਗਾਂ ਦਾ ਵਿਕਾਸ ਇੱਕੋ ਦਰ ਦੀ ਗਤੀ ਨਾਲ ਹੁੰਦਾ ਹੈ। ਇਹ ਬਿਲਕੁਲ ਗਲਤ ਹੈ ਸਟੂਡੈਂਟਸ। ਸਰੀਰ ਦੇ ਵੱਖ-ਵੱਖ ਅੰਗਾਂ ਦਾ ਵਿਕਾਸ ਕਹਿੰਦੇ ਇੱਕੋ ਦਰ ਦੀ ਗਤੀ ਨਾਲ ਹੁੰਦਾ, ਗਲਤ ਹੈ। ਵੱਖ-ਵੱਖ ਅੰਗ ਆਪਣੀ ਆਪਣੀ ਮਿਆਦ ਨਾਲ ਵੱਧਦੇ ਹੈ, ਇੱਕੋ ਦਰ ਦੀ ਗਤੀ ਨਾਲ ਇਹਨਾਂ ਦਾ ਜਿਹੜਾ ਵਿਕਾਸ ਹੈ ਉਹ ਨਹੀਂ ਹੁੰਦਾ, ਇਹ ਗਲਤ ਹੈ। ਅਗਲਾ ਕੁਐਸਚਨ ਹੈ ਵਾਧੇ ਅਤੇ ਵਿਕਾਸ ਨੂੰ ਕਿਹੜਾ ਕਾਰਕ ਪ੍ਰਭਾਵਿਤ ਕਰਦਾ ਹੈ? ਭੋਜਨ। ਭੋਜਨ ਹੈ ਜਿਹੜਾ ਸਾਡੀ ਵਾਧੇ ਅਤੇ ਵਿਕਾਸ 'ਤੇ ਨਿਰਭਰ ਹੈ, ਅਤੇ ਜਿਹੜਾ ਸਾਡਾ ਵਾਧਾ ਅਤੇ ਵਿਕਾਸ ਹੈ ਉਹ ਹਮੇਸ਼ਾ ਸਾਡੀ ਡਾਈਟ 'ਤੇ ਹੀ, ਸਾਡੀ ਭੋਜਨ 'ਤੇ, ਸਾਡੇ ਖਾਣ ਪੀਣ 'ਤੇ ਹੀ ਨਿਰਭਰ ਹੁੰਦਾ ਹੈ। ਅਤੇ ਅਗਲਾ ਹੈਗਾ ਖੁੱਲ੍ਹੀ ਹਵਾ ਅਤੇ ਧੁੱਪ। ਅਤੇ ਜਿਹੜੀ ਖੁੱਲ੍ਹੀ ਹਵਾ ਅਤੇ ਧੁੱਪ ਹੈ ਇਹ ਵੀ ਸਾਡੇ ਸਰੀਰ ਨੂੰ ਚਾਹੀਦੀ ਹੈ, ਹਵਾ ਵੀ ਚਾਹੀਦੀ ਹੈ, ਧੁੱਪ ਵੀ ਚਾਹੀਦੀ ਹੈ, ਅਤੇ ਬੁੱਧੀ ਵੀ ਚਾਹੀਦੀ ਹੈ ਸਾਡੇ ਸਰੀਰ ਨੂੰ। ਅਤੇ ਆਪਣੇ ਕੋਲ ਜਿਹੜੇ ਇਹ ਸਾਰੇ ਹੈ ਆਨਸਰ ਜਿਹੜਾ ਆਪਣਾ ਆਏਗਾ ਡੀ ਆਪਸ਼ਨ ਆਏਗਾ ਸਟੂਡੈਂਟਸ। ਇਹ ਸਾਰੇ ਭੋਜਨ, ਖੁੱਲ੍ਹੀ ਹਵਾ ਅਤੇ ਧੁੱਪ ਅਤੇ ਬੁੱਧੀ, ਵਾਧੇ ਅਤੇ ਵਿਕਾਸ ਨੂੰ ਸਾਰੀ ਚੀਜ਼ਾਂ ਜਿਹੜੀਆਂ ਇਹ ਚਾਹੀਦੀਆਂ, ਜ਼ਰੂਰੀ ਹੁੰਦੀਆਂ, ਪ੍ਰਭਾਵਿਤ ਕਰਦੀਆਂ। ਅਗਲਾ ਕੁਐਸਚਨ ਹੈ ਆਪਣੇ ਕੋਲ ਵਿਕਾਸ ਆਨੂਵੰਸ਼ਿਕਤਾ ਜਦ ਵਾਤਾਵਰਣ ਦੋਹਾਂ ਦੀ ਉਪਜ ਹੈ। ਵਿਕਾਸ ਆਨੂਵੰਸ਼ਿਕਤਾ ਜਦ ਵਾਤਾਵਰਣ ਦੋਹਾਂ ਦੀ ਉਪਜ ਹੈ। ਵਿਕਾਸ ਜੱਦੀ ਵੀ ਹੈ ਅਤੇ ਵਾਤਾਵਰਣ ਵੀ ਹੈ। ਵਾਤਾਵਰਣ ਦੇ ਵਿੱਚ ਰਹਿ ਕੇ ਆਪਣਾ ਵਿਕਾਸ ਹੁੰਦਾ ਹੈ ਅਤੇ ਇਹ ਸਾਡੇ ਵੰਸ਼ ਨਾਲ ਵੀ ਸੰਬੰਧਿਤ ਹੁੰਦਾ ਹੈ। 18ਵਾਂ ਕੁਐਸਚਨ ਹੈ ਵਾਧਾ ਕਿਸ ਅਵਸਥਾ ਤੱਕ ਹੁੰਦਾ ਹੈ ਅਤੇ ਡੈਸ਼ ਸਾਰੀ ਉਮਰ ਚੱਲਦਾ ਹੈ। ਵਾਧਾ ਅਤੇ ਵਿਕਾਸ ਉਹ ਕਹਿੰਦੇ ਹੈ ਸਟੂਡੈਂਟਸ, ਇਹ ਬਲੈਂਕਸ ਹੈ ਆਪਣੇ ਕੋਲ, ਡੈਸ਼ ਇੱਕ ਅਵਸਥਾ ਤੱਕ ਹੁੰਦਾ ਹੈ ਅਤੇ ਜਿਹੜਾ ਡੈਸ਼ ਹੈ ਉਹ ਸਾਰੀ ਉਮਰ ਤੱਕ ਚੱਲਦਾ ਹੈ। ਅਤੇ ਤੁਸੀਂ ਵਾਧਾ ਅਤੇ ਵਿਕਾਸ ਉਹਦੇ ਵਿੱਚੋਂ ਚੂਜ਼ ਕਰਨਾ ਹੈ, ਨਾ ਕਿ ਵਿਕਾਸ ਅਤੇ ਵਾਧਾ, ਕਿਉਂਕਿ ਵਾਧਾ ਜਿਹੜਾ ਪਹਿਲੀ ਜਿਹੜੀ ਅਵਸਥਾ ਹੈ, ਇੱਕ ਅਵਸਥਾ ਹੁੰਦੀ ਹੈ ਵਧਣ ਦੀ, ਅਤੇ ਵਿਕਾਸ ਹੈ ਜਿਹੜਾ ਉਹ ਸਾਰੀ ਉਮਰ ਤੱਕ ਆਪਣੇ ਨਾਲ ਚੱਲਦਾ ਹੈ ਇਨਸਾਨ ਦੇ ਸਰੀਰ ਵਿੱਚ। ਅਗਲਾ ਕੁਐਸਚਨ ਹੈ ਵਾਧੇ ਦਾ ਅਰਥ ਹੈ ਸਰੀਰਕ ਤੌਰ 'ਤੇ। ਤੁਸੀਂ ਆਪਸ਼ਨ ਕੀ ਚੂਜ਼ ਕਰਨਾ? ਸਰੀਰਕ ਤੌਰ 'ਤੇ। ਵਾਧਾ ਕੀ ਹੈ? ਵਧਣਾ, ਸਰੀਰ ਵਾਧਾ ਹੁੰਦਾ, ਹੋਰ ਕੁਛ ਨਹੀਂ। ਉਹਦੇ ਵਿੱਚ ਆਪਸ਼ਨ ਹੋਏਗਾ ਸਰੀਰਕ ਤੌਰ 'ਤੇ। ਵਾਧੇ ਦਾ ਕੀ ਅਰਥ ਹੈ? ਸਰੀਰਕ ਤੌਰ 'ਤੇ ਵਧਣਾ। ਵਾਧਾ ਸੰਖਿਆ ਮੂਲਕ ਹੁੰਦਾ ਹੈ। ਵਾਧਾ ਕੀ ਸੰਖਿਆ ਮੂਲਕ ਹੁੰਦਾ ਸਟੂਡੈਂਟਸ? ਵਾਧਾ ਜਿਹੜਾ ਉਹ ਸੰਖਿਆ ਮੂਲਕ ਹੁੰਦਾ ਹੈ। ਸੰਖਿਆ ਮੂਲਕ ਮਤਲਬ ਬੱਚਾ ਜਦੋਂ ਵੱਧਦਾ ਹੈ ਉਦੋਂ ਪੇਰੈਂਟਸ ਜਿਹੜੇ ਉਹਦੀ ਹਾਈਟ ਮਾਪਦੇ ਹੈ, ਹੈ ਨਾ। 1 ਇੰਚ ਵੱਧ ਗਿਆ ਜੀ, ਅੱਜ ਇਹਦੀ ਹਾਈਟ 2 ਇੰਚ ਵੱਧ ਗਈ ਜੀ, 15 ਦਿਨਾਂ ਪਿੱਛੋਂ, ਮਹੀਨੇ ਪਿੱਛੋਂ, 6 ਮਹੀਨਿਆਂ ਪਿੱਛੋਂ। ਜਦੋਂ ਅਸੀਂ ਗਿਣ ਕੇ ਰੱਖਦੇ ਹਾਂ ਵੀ ਹੁਣ ਇਹਦੀ ਹਾਈਟ ਕਿੰਨੀ ਹੈ, ਫਿਰ ਇੱਕ ਸਮੇਂ ਪਿੱਛੋਂ ਅਸੀਂ ਜਿੰਨਾ ਵੀ ਸਮਾਂ ਅਸੀਂ ਮਿੱਥਿਆ ਹੁੰਦਾ ਉਸ ਤੋਂ ਬਾਅਦ ਅਸੀਂ ਉਹਨੂੰ ਮਿਣਦੇ ਹਾਂ, ਅਤੇ ਉਹ ਜਿਹੜੀ ਹੁੰਦੀ ਹੈ ਇੱਕ ਸੰਖਿਆ ਹੁੰਦੀ ਹੈ। ਸੰਖਿਆ ਦੇ ਅਨੁਸਾਰ ਸਾਡੇ ਜਿਹੜੀ ਹਾਈਟ ਹੈ ਉਹ ਵੱਧਦੀ ਹੈ, ਅਤੇ ਇਹ ਇੰਚ ਦੇ ਵਿੱਚ ਮਾਪੀ ਜਾਂਦੀ ਹੈ। ਸੰਖਿਆ ਮੂਲਕ ਵਾਧਾ ਹੁੰਦਾ ਹੈ। ਇਹ ਆਪਣੀ ਬਲੈਂਕਸ ਹੈ ਜਿਹੜੀ ਇਹ ਵਾਧਾ ਫਿਲ ਕਰਨਾ ਇਹਦੇ ਵਿੱਚ। 21ਵਾਂ ਕੁਐਸਚਨ ਹੈ ਵਾਧੇ ਅਤੇ ਵਿਕਾਸ ਦੇ ਨਿਯਮਾਂ ਦੀ ਸਿੱਖਿਅਕ ਉਪਯੋਗਤਾ ਕਿਹੜੀ ਹੈ? ਵਾਧੇ ਅਤੇ ਵਿਕਾਸ ਦੇ ਨਿਯਮਾਂ ਦੀ ਸਿੱਖਿਅਕ ਉਪਯੋਗਤਾ ਸਟੂਡੈਂਟਸ ਇਹ ਸਾਰੇ ਡੀ ਆਪਸ਼ਨ ਆਏਗਾ। ਦੇਖ ਲਓ ਇਹ ਸਾਰੇ ਕਿਹੜੇ ਆਪਾਂ ਦੇਖ ਲੈਂਦੇ ਹਾਂ। ਵਿਕਾਸਾਤਮਕ ਲੱਛਣ, ਹਮਦਰਦੀ ਵਾਲਾ ਵਤੀਰਾ, ਬਚਪਨ ਨੂੰ ਜਾਣਨਾ ਵਾਧੇ ਅਤੇ ਵਿਕਾਸ ਦੇ ਨਿਯਮਾਂ ਦੀ ਸਿੱਖਿਅਕ ਉਪਯੋਗਤਾ ਹੁੰਦੀ ਹੈ। ਅਗਲਾ ਕੁਐਸਚਨ ਹੈ ਪ੍ਰੋਕਸੀਮਲ ਡਿਸਟਲ ਦਾ ਸੰਬੰਧ ਕਿਸ ਨਾਲ ਹੈ? ਮੱਧਵਰਤੀ ਅਤੇ ਬਾਹਰਵਰਤੀ। ਪ੍ਰੋਕਸੀਮਲ ਡਿਸਟਲ ਹੈ ਸਟੂਡੈਂਟਸ ਇਹੀ ਪੀ ਅਤੇ ਡੀ। ਪ੍ਰੋਕਸੀਮਲ ਡਿਸਟਲ ਕਿਹਨੂੰ ਕਹਿੰਦੇ ਆ? ਮੱਧਵਰਤੀ ਅਤੇ ਬਾਹਰਵਰਤੀ। ਰੀੜ੍ਹ ਦੀ ਹੱਡੀ ਤੋਂ ਬਾਹਰ ਵੱਲ ਨੂੰ ਵਿਕਾਸ ਜਿਹੜਾ ਇਹ ਪ੍ਰੋਕਸੀਮਲ ਡਿਸਟਲ ਅਖਵਾਉਂਦਾ ਹੈ। ਅਗਲਾ ਕੁਐਸਚਨ ਹੈ ਆਪਣੇ ਕੋਲੇ ਸਿਫੈਲੋਕਰੋਡੀਅਲ ਕੀ ਹੈ ਸਟੂਡੈਂਟਸ? ਇਹ ਸਿਰ ਤੋਂ ਪੈਰ ਵੱਲ, ਸਿਰ ਪਾਦਮੁਖੀ ਜਿਹੜਾ ਕਹਿੰਦੇ ਆਪਾਂ, ਇਹ ਵੀ ਅਖਵਾਉਂਦਾ ਹੈ। ਇਹ ਹੈਗਾ ਸਿਫੈਲੋਕਰੋਡੀਅਲ। ਸਿਫੈਲੋਕਰੋਡੀਅਲ ਕੀ ਹੈ ਸਟੂਡੈਂਟ? ਸਿਰ ਤੋਂ ਪੈਰ ਵੱਲ ਵਿਕਾਸ। ਅਗਲਾ ਕੁਐਸਚਨ ਹੈ ਵਿਕਾਸ ਇੱਕ ਵਿਸ਼ਾਲ ਅਤੇ ਬਹੁਪੱਖੀ ਸ਼ਬਦ ਹੈ ਅਤੇ ਇਸ ਵਿੱਚ ਵਾਧਾ ਵੀ ਸ਼ਾਮਿਲ ਹੈ। ਡੈਸ਼ ਇੱਕ ਵਿਸ਼ਾਲ ਅਤੇ ਬਹੁਪੱਖੀ ਸ਼ਬਦ ਹੈ ਅਤੇ ਇਸ ਵਿੱਚ ਡੈਸ਼ ਵੀ ਸ਼ਾਮਿਲ ਹੈ। ਵਿਕਾਸ ਇੱਕ ਵਿਸ਼ਾਲ ਅਤੇ ਬਹੁਪੱਖੀ ਸ਼ਬਦ ਹੈ ਅਤੇ ਇਸ ਵਿੱਚ ਵਾਧਾ ਵੀ ਸ਼ਾਮਿਲ ਹੈ। ਇਹ ਬਲੈਂਕਸ ਤੁਸੀਂ ਧਿਆਨ ਨਾਲ ਭਰਨੀ ਹੈ। ਅਗਲਾ ਕੁਐਸਚਨ ਹੈ ਆਪਣੇ ਕੋਲੇ 25ਵਾਂ ਮੁਲਾਂਕਣ ਦਾ ਵਿਸ਼ਾ ਕਿਸ ਨਾਲ ਸੰਬੰਧਿਤ ਹੈ? ਵਿਕਾਸ ਨਾਲ। ਬੱਚੇ 'ਚ ਕਿੰਨਾ ਕੁ ਵਿਕਾਸ ਹੋਇਆ ਹੈ? 1 ਸਾਲ ਤੱਕ ਟੀਚਰ ਜਦੋਂ ਬੱਚੇ ਨੂੰ ਪੜ੍ਹਾਉਂਦਾ ਹੈ ਉਹ ਵਾਧੇ ਨਾਲ ਨਹੀਂ, ਉਹਦਾ ਮੁਲਾਂਕਣ ਹੁੰਦਾ ਉਹਦੇ ਵਿਕਾਸ ਨਾਲ। ਕਿੰਨਾ ਕੁ ਵਿਕਾਸ ਹੋਇਆ 1 ਸਾਲ ਦੇ ਵਿੱਚ, ਜਾਂ 3 ਮਹੀਨਿਆਂ ਪਿੱਛੋਂ ਮੁਲਾਂਕਣ ਬੱਚੇ ਦਾ ਹੁੰਦਾ ਹੈ। ਬੱਚੇ ਦਾ 3 ਮਹੀਨਿਆਂ ਵਿੱਚ ਕਿੰਨਾ ਕੁ ਵਿਕਾਸ ਹੋਇਆ, ਕੀ ਕੁਛ ਸਿੱਖਿਆ ਬੱਚੇ ਨੇ, ਕੀ ਇੰਪਰੂਵਮੈਂਟ ਹੋਈ ਹੈ। ਫਿਰ 6 ਮਹੀਨਿਆਂ ਪਿੱਛੋਂ, ਹੈ ਨਾ, ਫਿਰ 1 ਸਾਲ ਪਿੱਛੋਂ। ਇਹ ਕੀ ਹੁੰਦਾ ਸਟੂਡੈਂਟਸ? ਵਿਕਾਸ ਨਾਲ। ਮੁਲਾਂਕਣ ਦਾ ਵਿਸ਼ਾ ਇਸ ਕਰਕੇ ਵਿਕਾਸ ਨਾਲ ਬੱਚੇ ਦੇ ਨਾਲ ਸੰਬੰਧਿਤ ਹੈ, ਨਾ ਕਿ ਵਾਧੇ ਨਾਲ। ਪੈਰਾਥਾਇਰੋਇਡ ਗ੍ਰੰਥੀਆਂ ਕਿਸ ਪੱਧਰ ਨੂੰ ਨਿਯਮਤ ਕਰਦੀਆਂ ਹਨ? ਖੂਨ ਨੂੰ। ਜਿਹੜੀਆਂ ਪੈਰਾਥਾਇਰੋਇਡ ਗ੍ਰੰਥੀਆਂ ਹੁੰਦੀਆਂ ਇਹ ਖੂਨ ਦੀਆਂ ਹੁੰਦੀਆਂ ਸਟੂਡੈਂਟਸ, ਖੂਨ ਦੇ ਪੱਧਰ ਨੂੰ ਨਿਯਮਤ ਕਰਦੀਆਂ।
ਕਿਹੜੀ ਅਵਸਥਾ ਵਿੱਚ ਬੱਚੇ ਨਹੀਂ ਸੋਚਦੇ? ਬਚਪਨ ਦੇ ਵਿੱਚ ਬੱਚੇ ਨਹੀਂ ਸੋਚਦੇ ਸਟੂਡੈਂਟਸ। ਬੱਚੇ ਤੇ ਕੋਈ ਟੈਨਸ਼ਨ ਨਹੀਂ ਹੁੰਦੀ, ਕੁਛ ਨਹੀਂ, ਬੱਚੇ ਨੂੰ ਸਿਰਫ ਖੇਡਣ ਦਾ, ਖਾਣ ਪੀਣ ਦਾ ਹੁੰਦਾ ਹੈ, ਤੇ ਇਸ ਉਮਰ ਦੇ ਵਿੱਚ ਉਹ ਨਹੀਂ ਸੋਚਦੇ। ਗਿਆਨ ਇੰਦਰੀਆਂ ਦਾ ਵਿਕਾਸ ਕਿਸ ਅਵਸਥਾ ਵਿੱਚ ਹੋ ਜਾਂਦਾ ਹੈ? ਸ਼ਿਸ਼ੂ ਅਵਸਥਾ ਵਿੱਚ ਗਿਆਨ ਇੰਦਰੀਆਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ਿਸ਼ੂ ਅਵਸਥਾ ਵਿੱਚ ਬੱਚਾ ਬਹੁਤ ਕੁਝ ਸਿੱਖਦਾ ਹੈ ਤੇ ਬਹੁਤ ਕੁਝ ਸੁਣਦਾ ਹੈ, ਬਹੁਤ ਕੁਝ ਧਾਰਨ ਵੀ ਕਰਦਾ ਹੈ। 29ਵਾਂ ਕੁਐਸਚਨ ਹੈ, ਕਿਹੜੀ ਅਵਸਥਾ ਸਿੱਖਣ ਦੀ ਅਵਸਥਾ ਹੁੰਦੀ ਹੈ? ਬੁੜਬੁੜਾਣਾ, ਇਕਹਿਰੇ ਸ਼ਬਦ, ਦੋ ਸ਼ਬਦ ਤੇ ਸਾਰੇ। ਕਿਹੜੀ ਅਵਸਥਾ ਸਿੱਖਣ ਦੀ ਅਵਸਥਾ ਹੁੰਦੀ ਹੈ? ਇਹ ਸਾਰੇ ਹੀ ਬੁੜਬੁੜਾਣਾ, ਇਕਹਿਰੇ ਸ਼ਬਦ, ਦੋ ਸ਼ਬਦ, ਇਹ ਸਾਰੇ। ਇਹਦਾ ਰਾਈਟ ਆਪਸ਼ਨ ਹੋਊਗਾ ਸਾਰੇ। ZPD ਦਾ ਪੂਰਾ ਨਾਂ ਕੀ ਹੈ ਸਟੂਡੈਂਟਸ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜਿਹੜਾ ਹੈਗਾ ਇਹ ZPD ਦਾ ਪੂਰਾ ਨਾਂ ਹੈ। ਦੁਬਾਰਾ ਫਿਰ ਸਟੂਡੈਂਟ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੈ ਜਿਹੜਾ ZPD ਦਾ ਪੂਰਾ ਨਾਂ ਹੈ। ਤੇ ਸਟੂਡੈਂਟਸ ਆਪਣੇ ਸੀਗੇ ਇਹ 30 ਕੁਐਸਚਨ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦੇ, ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਟੱਡੀ ਦੇ ਵਿੱਚ ਤੁਹਾਡੀ ਦੇ ਵਿੱਚ ਬਹੁਤ ਫਾਇਦੇਮੰਦ ਹੋਣਗੇ। ਤੇ 30 ਕੁਐਸਚਨ ਅੱਗੇ ਤੁਹਾਡੇ ਲਈ ਹੋਰ ਲੈ ਕੇ ਆਉਂਗੀ ਸਟੂਡੈਂਟਸ। ਮੈਨੂੰ ਦਿਓ ਆਗਿਆ, ਤੁਸੀਂ ਆਪਣੀ ਤਿਆਰੀ ਕਰੋ। ਥੈਂਕ ਯੂ।